ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦਾ ਮਾਡਲ ਪੇਸ਼ ਕੀਤਾ ਹੈ। ਜੀ ਹਾਂ, ਨਵਜੋਤ ਸਿੰਘ ਸਿੱਧੂ ਨੇ ਪ੍ਰਵਾਸੀ ਮਾਡਲਾਂ ਦੀ ਪੋਲ ਖੋਲ੍ਹੀ ਹੈ। ਪ੍ਰਵਾਸੀ ਮਾਡਲ ਭਾਵ ਕਿ ਚਾਹੇ ਉਹ ਦਿੱਲੀ ਮਾਡਲ ਦੀ ਗੱਲ ਹੋਵੇ ਜਾਂ ਗੁਜਰਾਤ ਮਾਡਲ ਦੀ ਗੱਲ ਹੋਵੇ, ਇਹਨਾਂ ਸਾਰੇ ਮਾਡਲਾਂ ਨੂੰ ਪਿੱਛੇ ਛੱਡ ਕੇ ਪੰਜਾਬ ਮਾਡਲ ਨੂੰ ਚਰਚਾ ਦੇ ਵਿੱਚ ਲਿਆਂਦਾ ਹੈ ਨਵਜੋਤ ਸਿੰਘ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਨੇ ਇਸ ਦੇ ਵਿੱਚ ਵੱਡੀ ਗੱਲ ਜੋ 6 ਪੁਆਇੰਟ ਲਿਖੇ ਨੇ, 6 ਟਵੀਟ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ ਤੇ ਹੁਣ ਇਹਨਾਂ 6 ਟਵੀਟਾਂ ਦੇ ਵਿੱਚ ਖਾਸ ਕੀ ਆ ਉਹ ਵੀ ਤੁਹਾਨੂੰ ਲਗਾਤਾਰ ਦੱਸਾਂਗੇ। ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਦੇ ਸਾਰੇ ਟਵੀਟ ਵਿਸਥਾਰ ਦੇ ਨਾਲ ਗੱਲ ਕਰਦੇ ਆ ਉਹਨਾਂ ਦੇ ਉੱਤੇ। ਸਭ ਤੋਂ ਪਹਿਲਾਂ ਜੋ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ ਉਸ ਦੇ ਵਿੱਚ ਲਿਖਦੇ ਨੇ ਕਿ ਨੀਤੀ ਉੱਤੇ ਕੰਮ ਨਾ ਕਰਨ ਵਾਲੀ ਰਾਜਨੀਤੀ ਮਹਿਜ਼ ਨਕਾਰਾਤਮਕ ਪ੍ਰਚਾਰ ਹੈ ਅਤੇ ਲੋਕ ਪੱਖੀ ਏਜੰਡੇ ਤੋਂ ਸੱਖਣੇ ਲੀਡਰ ਰਾਜਨੀਤੀ ਸਿਰਫ ਧੰਦੇ ਲਈ ਕਰਦੇ ਨੇ, ਪਰ ਵਿਕਾਸ ਵਿਹੂਣੀ ਰਾਜਨੀਤੀ ਮੇਰੇ ਲਈ ਕੋਈ ਅਰਥ ਨਹੀਂ ਰੱਖਦੀ। ਅੱਜ ਮੈਂ ਮੁੜ ਜ਼ੋਰ ਦੇ ਕੇ ਕਹਿ ਰਿਹਾ ਹਾਂ ਕਿ ਸਾਨੂੰ ਪੰਜਾਬ ਦੇ ਵਿਕਾਸ ਲਈ ਪੰਜਾਬ ਮਾਡਲ ਦੀ ਲੋੜ ਹੈ। ਦੂਸਰੇ ਟਵੀਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਮੈਂ ਬਾਦਲਾਂ ਉੱਤੇ ਦੂਰਦਰਸ਼ੀ ਨਾ ਹੋਣ ਦਾ ਦੋਸ਼ ਨਹੀਂ ਲਗਾ ਰਿਹਾ, ਕਿਉਂਕਿ ਮੈਂ ਜਾਣਦਾ ਹਾਂ ਕਿ ਉਹਨਾਂ ਕੋਲ ਦੂਰਦ੍ਰਿਸ਼ਟੀ ਤਾਂ ਕੋਲ ਹੀ ਨਹੀਂ। ਅੱਜ ਸੂਰਜੀ ਊਰਜਾ 1.99 ਰੁਪਏ ਪ੍ਰਤੀ ਯੂਨਿਟ ਹੈ ਅਤੇ ਇਸ ਦੇ ਹੋਰ ਵੀ ਫਾਇਦੇ ਹਨ, ਜਿਵੇਂ ਕਿ ਨਵਿਆਉਣ ਯੋਗਤਾ, ਮੌਕੇ ਤੇ ਹੀ ਉਪਲਬਧਤਾ ਆਦਿ। ਪਰ ਬਾਦਲਾਂ ਦੇ ਨੁਕਸਾਨ ਬਿਜਲੀ ਖਰੀਦ ਸਮਝੌਤਿਆਂ ਤੇ ਕਲਮਬੰਦ ਕਰਕੇ ਪੰਜਾਬ ਨੂੰ ਥਰਮਲ ਬਿਜਲੀ ਪਲਾਂਟਾਂ ਤੋਂ ਉਤਪਾਦਿਤ ਬਿਜਲੀ ਨਾਲ ਬੰਨ੍ਹ ਕੇ ਰੱਖ ਦਿੱਤਾ ਹੈ, ਜਿਸ ਲਈ ਅਸੀਂ ਦਹਾਕਿਆਂ ਤੱਕ ਵੱਡੀ ਕੀਮਤ ਚੁਕਾਉਂਦੇ ਰਹਾਂਗੇ ਜੇ ਇਹ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ ਤਾਂ। ਅੱਗੇ ਸਿੱਧੂ ਲਿਖਦੇ ਨੇ ਕਿ ਦਿੱਲੀ ਮਾਡਲ ਨਹੀਂ, ਦਿੱਲੀ ਆਪਣੀ ਬਿਜਲੀ ਖੁਦ ਪੈਦਾ ਨਹੀਂ ਕਰਦੀ ਅਤੇ ਇਸ ਦੀ ਵੰਡ ਕੁਝ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਹੈ, ਜਦਕਿ ਪੰਜਾਬ ਆਪਣੀ 25% ਬਿਜਲੀ ਆਪ ਪੈਦਾ ਕਰਦਾ ਹੈ ਤੇ ਬਿਜਲੀ ਪੂਰਤੀ ਰਾਜ ਦੀ ਕਾਰਪੋਰੇਸ਼ਨ ਰਾਹੀਂ ਕਰਦਿਆਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੰਦਾ ਹੈ। ਦਿੱਲੀ ਮਾਡਲ ਦਾ ਮਤਲਬ ਹੈ ਕਿ ਪੁਰਾਣੇ ਵੱਡੇ ਕਾਰਪੋਰੇਟਾਂ ਨੂੰ ਛੱਡ ਕੇ ਨਵੇਂ ਕਾਰਪੋਰੇਟਾਂ ਨੂੰ ਪੰਜਾਬ ਦੇ ਵਿੱਚ ਸੱਦਾ ਦੇਣਾ। ਅੱਗੇ ਸਿੱਧੂ ਲਿਖਦੇ ਨੇ ਕਿ 2020 ਤੋਂ 2021 ਵਿੱਚ ਪੰਜਾਬ ਆਪਣੇ ਬਜਟ ਦਾ 10% ਬਿਜਲੀ ਸਬਸਿਡੀ ਵਜੋਂ ਦੇਵੇਗਾ, ਜਦਕਿ ਦਿੱਲੀ ਆਪਣੇ ਬਜਟ ਦਾ 4% ਦੇਵੇਗੀ। ਖੇਤੀ ਨੂੰ ਦਿੱਤੀ ਮੁਫਤ ਬਿਜਲੀ ਤੋਂ ਇਲਾਵਾ ਪੰਜਾਬ 15 ਲੱਖ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਮੁਫਤ ਦਿੰਦਾ ਹੈ, ਪਰ ਦਿੱਲੀ ਦੇ ਬਿੱਲ 200 ਯੂਨਿਟ ਤੋਂ ਉੱਪਰ ਹੋਵੇ ਤਾਂ 400 ਯੂਨਿਟ ਤੋਂ ਘੱਟ ਉੱਪਰ 50% ਅਤੇ 400 ਯੂਨਿਟ ਤੋਂ ਉੱਤੇ ਪੂਰਾ ਜਿਹੜਾ ਬਿੱਲ ਵਸੂਲਿਆ ਜਾਂਦਾ ਹੈ। ਅੱਗੇ ਲਿਖਦੇ ਨੇ ਕਿ ਦਿੱਲੀ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦਿੰਦੀ ਅਤੇ ਘਰੇਲੂ ਵਰਤੋਂ ਲਈ ਸਬਸਿਡੀ ਦੇਣ ਪਿੱਛੇ ਬਹੁਤ ਭਾਰੀ ਬੋਝ ਉਦਯੋਗਿਕ ਅਤੇ ਵਣਜ ਖੇਤਰ ਉੱਤੇ ਪਾ ਦਿੱਤਾ ਜਾਂਦਾ ਹੈ। ਪੰਜਾਬ ਮਾਡਲ ਦਾ ਮਤਲਬ ਨੁਕਸਾਨਦਾਰ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨਾ, ਸਸਤੀ ਅਤੇ ਟਿਕਾਊ ਬਿਜਲੀ ਪੈਦਾ ਕਰਨੀ ਅਤੇ ਖਰੀਦਣੀ ਅਤੇ ਸਭ ਲਈ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਟਰਾਂਸਮਿਸ਼ਨ ਲਗਾਤਾਰ ਘਟਾਉਣਾ। ਹੁਣ ਮੁੱਢਲਾ ਸਵਾਲ ਹੈ ਕਿ ਪੰਜਾਬ ਦਾ ਬਿਜਲੀ ਅਤੇ ਨਵਿਆਉਣ ਯੋਗ ਊਰਜਾ ਮੰਤਰੀ ਇਸ ਸੰਬੰਧੀ ਕੁਝ ਕਰ ਸਕਦਾ ਹੈ? 1% ਵੀ ਨਹੀਂ। ਫੈਸਲਾ ਲੈਣ ਵਾਲੇ ਸਾਰੇ ਅਧਿਕਾਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਹਨ, ਜੋ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਪੋਰਟ ਕਰਦਾ ਹੈ। ਇਸ ਲਈ ਮੈਂ ਆਪਣਾ ਸਮਾਂ ਲੋਕਾਂ ਦੀ ਤਾਕਤ ਲੋਕਾਂ ਤੱਕ ਪਹੁੰਚਾਉਣ ਦਾ ਰਾਹ ਉਲੀਕਣ ਲਈ ਪੰਜਾਬ ਮਾਡਲ ਨੂੰ ਤਿਆਰ ਕਰਨ ਉੱਤੇ ਲਗਾਇਆ ਹੈ। ਸੋ ਇਹ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਗੱਲ ਸਾਫ਼ ਕਰ ਦਿੱਤੀ ਹੈ ਕਿ ਜੇਕਰ ਮੈਂ ਬਿਜਲੀ ਮੰਤਰੀ ਵੀ ਹੁੰਦਾ ਤਾਂ ਮੈਂ ਕੁਝ ਨਹੀਂ ਸੀ ਕਰ ਸਕਦਾ, ਕਿਉਂਕਿ ਇਸ ਦਾ ਸਾਰੀ ਪਾਵਰ ਜੋ ਰੈਗੂਲੇਟਰੀ ਕਮਿਸ਼ਨ ਦੇ ਕੋਲ ਹੈ ਤੇ ਉਹ ਆਪਣੀ ਰਿਪੋਰਟ ਸਿਰਫ ਤੇ ਸਿਰਫ ਮੁੱਖ ਮੰਤਰੀ ਨੂੰ ਦਿੰਦੀ ਹੈ। ਸੋ ਨਵਜੋਤ ਸਿੰਘ ਸਿੱਧੂ ਦਾ ਇਹ ਮਾਡਲ ਲਗਾਤਾਰ ਪੰਜਾਬ ਦੀਆਂ ਸਿਆਸੀ ਫਿਜ਼ਾਵਾਂ ਦੇ ਵਿੱਚ ਬਹੁਤ ਵੱਡੇ ਧਮਾਕੇ ਕਰ ਰਿਹਾ ਹੈ। ਉਧਰ ਜਿਸ ਤਰ੍ਹਾਂ ਦਾ ਸੁਝਾਅ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਦਾ ਦਿੱਤਾ ਹੈ, ਉਸੇ ਤਰ੍ਹਾਂ ਦਾ ਸੁਝਾਅ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਦੇ ਕੇ। ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਮਾਡਲ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਨਾਲ ਕਿਸਾਨਾਂ ਦੇ ਉੱਤੇ ਹੋਰ ਵੱਡੀ ਜਿਹੜੀ ਆਸ ਉਮੀਦ ਆਮ ਲੋਕਾਂ ਦੀ ਬਣੇਗੀ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਆਗੂਆਂ ਨੂੰ ਚੋਣਾਂ ਦੇ ਵਿੱਚ 2022 ਚ ਉਤਰਨਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਨੂੰ ਇੱਕ ਮਾਡਲ ਦੇ ਰੂਪ ਦੇ ਵਿੱਚ ਉਭਾਰਿਆ ਜਾ ਸਕਦਾ ਹੈ। ਸੋ ਇਸ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਮਿਸ਼ਨ ਉੱਤਰ ਪ੍ਰਦੇਸ਼ ਨਹੀਂ ਬਲਕਿ ਮਿਸ਼ਨ ਪੰਜਾਬ ਰੱਖਣਾ ਚਾਹੀਦਾ, ਜਿੱਥੇ ਪੰਜਾਬ ਦੀ ਸਰਕਾਰ ਦੇ ਵਿੱਚ ਕਿਸਾਨ ਆਪਣੀ ਰਹਿਨੁਮਾਈ ਕਰ ਸਕਣ ਤੇ ਖੁਦ ਕਿਸਾਨ ਚੋਣਾਂ ਲੜਨ। ਕੀ ਕੁਝ ਇਸ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ਪਹਿਲਾਂ ਉਹ ਸੁਣਾਉਂਦੇ ਆ, ਫਿਰ ਇਸ ਦੇ ਉੱਤੇ ਕਾਂਗਰਸ ਕੁਝ ਨਾਰਾਜ਼ਗੀ ਜਤਾ ਰਹੀ ਨੇ, ਕਾਂਗਰਸ ਦੇ ਕੁਝ ਆਗੂ, ਉਹਨਾਂ ਦੀ ਵੀ ਗੱਲ ਸੁਣਾਵਾਂਗੇ। तो मैं कहना क्या चाहता हूँ, मैं कहना यह चाहता हूँ कि हमें मिशन उत्तर प्रदेश नहीं, हमें मिशन पंजाब चलाना चाहिए। आज आंदोलन में कौन है? आज आंदोलन में पंजाब और हरियाणा सबसे आगे खड़ा है। और हमारी सोच क्या है?
हमारी सोच है नेगेटिव कि इसको रगड़ना है। हमारी सोच ये नहीं है कि हमने किसको बनाना है। हमारी सोच ये नहीं है कि हम नया निर्माण के लिए क्या करें। हम बदलाव चाहते हैं ना, हम व्यवस्था परिवर्तन चाहते हैं ना, फिर किससे करवाएं? क्या बीजेपी ने तो व्यवस्था परिवर्तन किया नहीं, कांग्रेस ने व्यवस्था परिवर्तन किया नहीं, तो अब किससे उम्मीद लगाएं कि कौन करेगा व्यवस्था परिवर्तन? अगर हमने व्यवस्था परिवर्तन चाहिए तो फिर हमें एक प्लान बनाना पड़ेगा, बड़े प्लान से काम करना पड़ेगा। प्लान बनाइए मिशन पंजाब। आज पंजाब के जितने संगठन हैं वो इस आंदोलन में बहुत सक्रिय भूमिका निभा रहे हैं, लेकिन अगर वो पंजाब में चुनाव में उतर जाएं और पंजाब की सत्ता अपने हाथ में ले लें, अगर हम पूरे सभी लोग लगे पंजाब के अंदर और पंजाब की सत्ता अपने हाथ में ले लें और पंजाब में कुछ बदल के दिखा दें, अगर हम पंजाब में कुछ बदल के दिखा दें, अगर हम पंजाब में एक सैंपल तैयार कर दें, अगर हम पंजाब में एक सैंपल एक मॉडल तैयार कर दें कि हाँ सरकार तो ऐसे चलती है, हाँ क्या कायदे कानून तो ये होने चाहिए, हाँ जो व्यवस्था है वो ऐसी होनी चाहिए, कि सैंपल हम पंजाब से दें और वो सैंपल पूरे देश के अंदर जाए। आज पंजाब बदलाव चाहता है, पंजाब सिरमौर है देश का, पंजाब के जो लोग हैं वो बदलाव चाहते हैं। उधर गुरनाम ਸਿੰਘ ਚੜੂਨੀ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਪੱਖੀ ਹੈ ਕਾਂਗਰਸ ਹੀ ਨਹੀਂ ਬਲਕਿ ਭਾਜਪਾ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਇਹਨਾਂ ਚੀਜ਼ਾਂ ਦਾ। ਭਾਜਪਾ ਵਿਰੋਧ ਕਰਦੀ ਹੈ, ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿ ਸਿੱਧਾ ਜੋ 36 ਦਾ ਅੰਕੜਾ ਕਿਸਾਨਾਂ ਦਾ ਭਾਜਪਾ ਦੇ ਨਾਲ ਹੈ, ਪਰ ਕਾਂਗਰਸ ਦੇ ਵੱਲੋਂ ਵਿਰੋਧ ਹੋਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਇਸ ਦੇ ਵਿੱਚ ਵਿਅੰਗਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਹੈ ਰਾਜਕੁਮਾਰ ਵੇਰਕਾ ਨੇ ਇਹਨਾਂ ਸਾਰੀਆਂ ਚਰਚਾਵਾਂ ਦਾ, ਤੇ ਨਾਲ ਹੀ गुरजीत औजला जो कि अमृतसर तो सांसद ने, उन्होंने भी इसका विरोध किया। पंजाब में भी पड़ेगा? नहीं, किसान समझता है कि कैप्टन अमरिंदर सिंह की सरकार जो है वो पंजाबियां जिन्हें भी पंजाबी है वो सारे ही कैप्टन अमरिंदर सिंह के हक दे विच है, और कैप्टन अमरिंदर सिंह नूं पानियां दा राखा कहा जाता है। कैप्टन अमरिंदर सिंह की सरकार पहली सरकार है कि जिन्हों ने किसानों के हक के नारा नहीं मारिया बल्कि विधान सभा दे विच एक काले कानूनों नूं रद्द भी किया ते किसानों के हक दे विच अपने कानून भी लैके आए। और किसान अज दा इनोसेंट नहीं है, किसानों की चिंता बिल्कुल वाजब है। किसानों दीयां नस्लों का सवाल है, किसानों दीयां फसलों का सवाल है, और ये उन्होंने तबाह करने की कोशिश जिहड़ी कीती है। मैं समझना है कि किसानों नूं फैसला करना पएगा कि कौन लोग उन्होंने हक च उतरे और कौन लोग खिलाफ उतरे, और मैं समझना है कि उन्होंने हक और खिलाफ वालियां दे वास्ते फैसला करना चाहिए। और मैं समझदा है कि किसान जो भी फैसला लैणगे वो किसान हित च होवे, वो देश हित च होवे, वो पंजाब हित च होवे। बई जे सत्ता च आउण दी गल है तो नरेंद्र मोदी की कुर्सी नूं हत्थ पाउणा चाहिए ना। इत्थे बिल ते इत्थे ड्राफ्ट होए, इत्थे बने, इत्थे पास होए, मामला पार्लीमेंट के अंदर है। जिੱਥੋਂ तक पंजाब का मामला है, पंजाब की विधान सभा ते पंजाब के MLA तो तुहाडे नाल खड़े है, और उन्होंने ते किसानों के हित दे विच प्रस्ताव पास किया, काले कानूनों नूं रद्द किया, ते मैं समझना है कि उन्होंने पंजाब की बजाय केंद्र सरकार की कुर्सी नूं हत्थ पाना चाहिए। गुरनाम सिंह चड़ूनी जी का बयान देखो, उन्होंने अपने, क्योंकि हर बंदे नूं अधिकार है, डेमोक्रेसी यही होंदी है कि कोई पार्टी भी बना सकता, इलैक्शन भी लड़ सकता। सो उन्होंने सोचा कि पंजाब च सानूं इलैक्शन लड़नी चाहिए है। सो मैं तो कहूँगा चंगी गल है, पर मैं इहदे नाल उन्होंने एक गल चेता कराउणा चाहुंदा है कि जो संघर्ष शुरू होया सी, सब तो पहलों जिहड़ी किसी भी पोलीटिकल पार्टी का विरोध इन्होंने किया कि पोलीटिकल बंदे इत्थे ना हो। हुण पिंडां दे विचों बंदे तो साਂਝੇ ही नहीं सारे, जिहड़ा पिंड 'च आउंदे, कोई कांग्रेसी है, कोई अकाली है, कोई आप है, कोई किसान जथेबंदी, सारे इकट्ठे ने। वो एक मिशन नूं लैके आए हैं भी किसानी बिल असीं इकट्ठे होकर रद्द कराउणा, ते इह 'च पोलीटिकल बंदा इहदे विच आएगा तो इहदे नाल साडे काम नूं नुकसान होएगा, क्योंकि एक पार्टी का धरना हो जाऊगा ना। इन्होंने आप ही मना किया, कोई बंदा नहीं गया। असीं 7 महीने हो गए असीं धरना वखरा ला के इन्हां दे हक 'च बैठे हैं, और सारे प्रोग्राम इन्हां दे कीते हैं। पर अज जे ये इलैक्शन लड़न की गल करते हैं तो फिर असीं ये जरूर कहांगे कि जो साडे विरोध हुंदे आ, असीं उदों ही कहा सी भी ये वो लोग विरोध करते हैं जिन्हां ने इलैक्शनां लड़नियां ने जां कराउंदे ने। सारियां जथेबंदियां नहीं करते, मतलब सारियां जथेबंदियां नहीं इलैक्शन लड़नगियां। बहुत जथेबंदियां बिल्कुल नरोल बड़ा वड्डा तजर्बा उन्हां दा 40-40, 50-50 साल का, जिन्हां ने कभी इलैक्शन दे विच हिस्सा नहीं लिया।
ਪਰ ਕੁਦਰਤੀ ਗੱਲ ਹੈ, ਵੋਟਾਂ ਉੱਥੇ ਵੋਟਾਂ ਤੇ ਕਿਸੇ ਨਾ ਕਿਸੇ ਨੂੰ ਪਾਉਣੀਆਂ ਹੁੰਦੀਆਂ ਨੇ, ਉਹ ਇੱਕ ਵੱਖਰੀ ਚੀਜ਼ ਹੈ, ਪਰ ਸਿੱਧੇ ਤੌਰ ਤੇ ਕਦੀ ਕਿਸੇ ਨੇ ਹਿੱਸਾ ਨਹੀਂ ਲਿਆ, ਥੋੜ੍ਹੇ ਬੰਦਿਆਂ ਨੂੰ ਛੱਡ ਕੇ। ਸੋ ਇਹ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਬੰਦੇ ਵਿਰੋਧ ਕਰਦੇ ਨੇ ਇਹਨਾਂ ਦੇ ਮਨ ਦੇ ਵਿੱਚ, ਕਿਉਂਕਿ ਪੋਲੀਟੀਕਲ ਬੰਦੇ ਨੂੰ ਮਾੜਾ ਚੰਗਾ ਕਹਿਣਾ ਠੀਕ ਆ, ਤੁਸੀਂ ਕੰਮ ਕਰੋ, ਅਸੀਂ ਇਹ 'ਚ ਕੋਈ ਗੱਲ ਨਹੀਂ, ਪਰ ਜਦੋਂ ਤੁਸੀਂ ਵਿਰੋਧ ਕਰਦੇ ਜੇ ਤਾਂ ਮਤਲਬ ਇਹੀ ਹੁੰਦਾ ਕਿ ਉਹਨਾਂ ਨੇ ਕੋਈ ਆਪਣੀ ਗਰਾਊਂਡ ਤਿਆਰ ਕਰਨੀ ਹੈ, ਤੁਸੀਂ ਉੱਥੇ ਨਾ ਜਾਓ, ਤੁਸੀਂ ਜਾਓਗੇ ਤਾਂ ਤੁਸੀਂ ਆਪਣੀ ਗੱਲ ਵੀ ਰੱਖੋਗੇ। ਉਹ ਫਿਰ ਗੱਲ ਨੂੰ ਮੈਂ ਅੱਜ ਸਮਝਦਾ ਕਿ ਉਹ ਗੱਲ ਜਿਹੜੀ ਸਾਡੀ ਜਿਹੜੀ ਕਹੀ ਸੀ ਉਹ ਸਹੀ ਸਾਬਤ ਹੋ ਰਹੀ ਹੈ ਕਿ ਇੱਥੋਂ ਰਾਜਨੀਤੀ ਹੀ ਨਿਕਲਣੀ ਹੈ। ਪਰ ਕੋਈ ਗੱਲ ਨਹੀਂ, ਪੰਜਾਬ ਦੇ ਵਿੱਚ ਹਰ ਇੱਕ ਦਾ ਅਧਿਕਾਰ ਖੇਤਰ ਹੈ, ਉਹ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ, ਕੋਈ ਮੈਟਰ ਨਹੀਂ। ਪਰ ਇਹ ਜ਼ਰੂਰ ਕਵਾਂਗੇ ਕਿ ਜੇ ਤੁਸੀਂ ਰਾਜਨੀਤੀ ਹੋਈ ਕਰਨੀ, ਜੇ ਨਹੀਂ ਸੀ ਕਰਨੀ, ਜੇ ਨਾਨ ਪੋਲੀਟੀਕਲ ਹੁੰਦਾ, ਸਾਨੂੰ 7 ਮਹੀਨੇ ਧਰਨਾ ਦੇਣ ਨੂੰ ਹੋ ਗਏ ਆ, ਅਸੀਂ 3 MP ਆ, ਮੈਂ ਆ, ਰਵਨੀਤ ਬਿੱਟੂ ਜੀ ਆ, ਜਸਬੀਰ ਗਿੱਲ ਜੀ ਆ, ਔਰ ਕੁਲਬੀਰ ਜੀਰਾ ਜੀ ਆ, ਲੱਕੀ ਜੀ ਬੈਠੇ ਨੇ ਨਾਲ, ਸਾਡੇ ਕੁਝ ਛੋਟੇ ਵਰਕਰ ਨੇ। ਸਾਡਾ ਕਦੀ ਵੀ ਜ਼ਿਕਰ ਨਹੀਂ ਕੀਤਾ ਇਹਨਾਂ ਕਿਸਾਨ ਜਥੇਬੰਦੀਆਂ ਨੇ। ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਕਿ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ, ਪਰ ਬੈਠੇ ਤੇ ਇਹਨਾਂ ਦੇ ਹੱਕ 'ਚ ਹੈ। ਅਸੀਂ ਤੇ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਕਿ ਤੁਹਾਡੇ ਮੈਂਬਰ ਪਾਰਲੀਮੈਂਟ ਸੜਕ 'ਤੇ ਬੈਠੇ, ਸ਼ਾਇਦ ਤੁਹਾਡੇ ਕੰਨ 'ਤੇ ਕੋਈ ਜੂੰ ਸਰਕ ਜੇ। ਅਸੀਂ ਤੇ ਲਗਾਤਾਰ ਧਰਨਾ ਦੇ ਰਹੇ ਹਾਂ, ਪਰ ਕਦੀ ਜ਼ਿਕਰ ਨਾ ਕਰਨਾ, ਉਹ ਕਿਤੇ ਨਾ ਕਿਤੇ ਅੱਜ ਜਿਹੜੀ ਗੱਲ ਹੋਈ ਆ ਉਹਦੇ ਨਾਲ ਇਹ ਜੁੜ ਜਾਂਦਾ ਆ ਕਿ ਤੁਸੀਂ ਬਾਕੀ ਸਾਰਿਆਂ ਨੂੰ ਰੈਕੋਗਨਾਈਜ਼ ਕਰਦੇ ਜੇ ਕੋਈ ਛੋਟਾ ਵੀ ਹਿੱਸਾ ਪਾਇਆ, ਕਿਉਂਕਿ ਇੱਕ ਵੱਡਾ ਸੰਘਰਸ਼ੀ ਇੱਥੇ ਹਰ ਇੱਕ ਦਾ ਥੋੜ੍ਹਾ ਹਿੱਸੇ ਦੀ ਗੱਲ ਲੋੜ ਸੀ। ਉੱਥੇ ਹਰ ਇੱਕ ਨੂੰ ਤੁਸੀਂ ਕਿਹਾ ਵੀ ਹਾਂ ਇਹ ਵੀ ਬਹੁਤ ਵਧੀਆ ਕੀਤਾ, ਸਾਡੀ ਸਪੋਰਟ 'ਤੇ ਆ, ਪਰ ਕਦੀ ਵੀ ਕਿਸੇ ਮੈਂਬਰ ਪਾਰਲੀਮੈਂਟ ਦਾ ਜਾਂ ਸਾਡੇ ਧਰਨੇ ਦਾ ਨਾ ਜ਼ਿਕਰ ਨਹੀਂ ਕੀਤਾ। ਜੇ ਨਾਨ ਪੋਲੀਟੀਕਲ ਹੁੰਦੇ ਤਾਂ ਜ਼ਰੂਰ ਕਰਦੇ। ਮੈਂ ਸਮਝਦਾ ਇੱਕ ਮਤਲਬ ਇਹਨਾਂ ਦੀ ਸੋਚ ਕੁਝ ਬੰਦਿਆਂ ਦੀ ਜ਼ਰੂਰ ਹੋਊਗੀ ਜਿਹੜਾ ਨਹੀਂ ਕੀਤਾ। ਉਧਰ ਅੰਮ੍ਰਿਤਸਰ ਤੋਂ ਭਾਜਪਾ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਹੋਇਆ। ਇਸ ਨੋਟਿਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਤੁਸੀਂ ਲਗਾਤਾਰ ਪਾਰਟੀ ਦੇ ਖਿਲਾਫ ਬੋਲ ਰਹੇ ਹੋ, ਇਸ ਦੇ ਵਿੱਚ ਦੱਸਿਆ ਜਾਵੇ ਕਿ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਸੋ ਇਸ ਤੋਂ ਬਾਅਦ ਅਨਿਲ ਜੋਸ਼ੀ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਲਿਆ। ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਮੈਂ ਸੱਚ ਬੋਲ ਰਿਹਾ ਤੇ ਮੈਂ ਪਾਰਟੀ ਦਾ ਭਲਾ ਚਾਹੁੰਦਾ, ਇਸ ਕਰਕੇ ਮੇਰੇ ਤੇ ਕੋਈ ਕਾਰਵਾਈ ਹੋਣੀ ਹੈ, ਇਸ ਦੀ ਤਿਆਰੀ ਹੋ ਚੁੱਕੀ ਹੈ। ਸੋ ਇਸ ਨੂੰ ਲੈ ਕੇ ਅਨਿਲ ਜੋਸ਼ੀ ਨੇ ਵੱਡਾ ਬਿਆਨ ਦਿੱਤਾ। ਨੋਟਿਸ ਦਾ ਜਵਾਬ ਕੁਝ ਤਾਂ ਮੈਂ ਦੇਤਾ, ਬਾਕੀ ਅੱਖਰ ਬੱਖਰ ਲਿਖ ਕੇ ਦਊਂਗਾ। ਮੈਂ ਤਾਂ ਇਹਨਾਂ ਨੂੰ ਪੁੱਛੂੰਗਾ ਕਿ ਇਹ ਦੱਸੋ ਤੁਸੀਂ ਇਹਦੇ 'ਚ ਫੇਲ ਨਹੀਂ ਹੋਏ, ਮੈਨੂੰ ਦੱਸੋ ਇੱਕ ਵਾਰੀ ਵੀ ਮੈਂ ਕਾਨੂੰਨਾਂ ਨੂੰ ਕਿਹਾ ਹੋਵੇ ਵੀ ਇਹ ਕਾਨੂੰਨ ਮਾੜੇ ਆ। ਮੈਂ ਇਹੀ ਕਿਹਾ ਵਾ ਵੀ ਕਾਨੂੰਨ ਜਦੋਂ ਲਾਗੂ ਹੁੰਦੇ ਆ, ਜੇ ਮੁਸ਼ਕਲ ਆਉਂਦੀ ਆ, ਅਮੈਂਡਮੈਂਟ ਵੀ ਹੁੰਦੀਆਂ ਵਾ, ਤੇ ਕਿਸੇ ਤਰ੍ਹਾਂ ਵੀ ਕਿਸੇ ਲੈਵਲ 'ਤੇ ਵੀ ਬਹਾ ਕੇ ਕਿਸਾਨਾਂ ਨੂੰ ਉਹਨਾਂ ਨੂੰ ਪਿਆਰ ਸੁਹਾਰਦ ਦੇ ਨਾਲ ਇਸ ਗੱਲ ਨੂੰ ਹੱਲ ਕੀਤਾ ਜਾਵੇ। ਮੈਂ ਤਾਂ ਇਹੀ ਕਹਿੰਦਾ ਰਿਹਾ, ਤੇ ਪੰਜਾਬ ਯੂਨਿਟ ਨੂੰ ਕਿਸਾਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਤਾਂ ਕਿ ਇਹ ਜਿਹੜੀ ਕੁੱਟਮਾਰ ਜਾਂ ਬੇਇੱਜ਼ਤੀ ਜਾਂ ਸੋਸ਼ਲ ਬਾਈਕਾਟ ਸਾਡੇ ਵਰਕਰ ਦਾ ਹੋ ਰਿਹਾ ਉਹ ਨਾ ਹੋਵੇ। ਇਹ ਕਿਹੜੀ ਮਾੜੀ ਗੱਲ ਇਹਦੇ 'ਚ ਮੈਨੂੰ ਤੁਸੀਂ ਦੱਸ ਦਿਓ। ਚਲੋ ਇਹਨਾਂ ਤੋਂ ਮੈਂ ਬੋਦਰ ਨਹੀਂ ਕਰਦਾ। ਗਲੀਆਂ ਦੇ ਲੀਡਰ ਜਿਹੜੇ ਹੁੰਦੇ ਆ, ਮੇਰਾ ਪੰਜਾਬ ਦਾ ਦੇਸ਼ ਦੀ ਗੱਲ ਕਰਦਾ ਪਿਆ ਵਾਂ, ਇਹ ਗਲੀਆਂ ਵਾਲੇ ਲੋਕ ਜਿਹੜੇ ਆ ਜੋ ਭਾਸ਼ਾ ਬੋਲਦੇ ਪਏ, ਮੈਂ ਇਹਨਾਂ ਦੀ ਸੁਣੀ ਨਹੀਂ ਕਦੀ। ਮੈਂ ਇੱਕ ਵਾਰੀ ਇਹਨਾਂ ਦੀ ਕੋਈ ਇੰਟਰਵਿਊ ਬਾਈਟ ਨਹੀਂ ਆਉਂਦੀ ਹੈ ਤਾਂ ਮੈਂ ਅੱਗੇ ਕਰ ਦਿੰਦਾ ਜਾਂ ਡਿਲੀਟ ਕਰ ਦਿੰਦਾ, ਕਿਉਂਕਿ ਮੈਂ ਆਪਣੀ એનર્ਜੀ ਇਹਨਾਂ 'ਤੇ ਵੇਸਟ ਨਹੀਂ ਕਰਨਾ ਚਾਹੁੰਦਾ। ਇਹਨਾਂ ਲੋਕਾਂ ਨੇ ਇਹ ਪੰਜਾਬ ਜਿਹੜੇ ਅੰਮ੍ਰਿਤਸਰ ਦੇ ਵੱਡੇ ਲੀਡਰ ਵੀ ਜਿਹੜੇ ਆ, ਜਿਨ੍ਹਾਂ ਨੂੰ ਪ੍ਰਸ਼ਾਦ ਮਿਲੇ ਵੱਡੇ ਵੱਡੇ, ਰਾਜ ਸਭਾ ਵੀ, ਪੰਜਾਬ ਪ੍ਰਧਾਨਗੀਆਂ ਮਿਲੀਆਂ, ਇਹਨਾਂ ਨੇ ਤੇ ਮੇਰੀ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਵੋਟਾਂ ਪਾਈਆਂ ਤੇ ਮੈਨੂੰ ਹਰਾਉਣ ਦਾ ਪੂਰਾ ਜਿਹੜਾ ਜ਼ੋਰ ਲਾਇਆ। ਇਹ ਅੱਜ ਪਾਰਟੀ ਭਗਤ ਬਣਦੇ ਹੋਣਗੇ, ਬਗਲੇ ਭਗਤ ਬਣ ਕੇ, ਤੇ ਪਾਰਟੀ ਭਗਤੀ ਨਹੀਂ ਹੁੰਦੀ। ਪਾਰਟੀ ਵਾਸਤੇ ਲੜਾਈ ਲੜਨੀ ਪੈਂਦੀ ਆ ਤੇ ਇਮਾਨਦਾਰੀ ਨਾਲ ਗੱਲ ਜਿਹੜੀ ਆ ਉਹ ਰੱਖਣੀ ਪੈਂਦੀ ਆ। ਵਰਕਰ ਦੀ ਹੱਕ ਦੀ ਗੱਲ, ਹਿੱਤ ਦੀ ਗੱਲ ਜਿਹੜੀ ਆ ਉਹਦੇ ਵਾਸਤੇ ਸਟੈਂਡ ਲੈਣਾ ਪੈਂਦਾ। ਜਿਹੜੇ ਇਹ ਡਰਦੇ ਹੀ ਨਹੀਂ ਇਹ ਗੱਲ ਲੈਂਦੇ ਵੀ ਸਾਡੀ ਜਿਹੜੀ ਸਾਨੂੰ ਪ੍ਰਸ਼ਾਦ ਮਿਲੇ ਆ ਕਿਤੇ ਖੁੱਸ ਨਾ ਜਾਣ। ਉਧਰ ਕਿਸਾਨ ਅੰਦੋਲਨ ਦੇ ਚੱਲਦਿਆਂ ਰੋਸ ਦੇ ਵਜੋਂ ਭਾਜਪਾ ਦਾ ਵੱਡਾ ਅਹੁਦਾ ਤਿਆਗ ਅਸਤੀਫਾ ਦੇਣ ਵਾਲੇ ਭਾਜਪਾ ਦਾ ਵੱਡਾ ਚਿਹਰਾ ਰਹੇ ਯੂਥ ਆਗੂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੁੱਕਿਆ ਤੇ ਇਸ ਦਰਮਿਆਨ ਭਾਜਪਾ ਦੇ ਉੱਤੇ ਵੀ ਵੱਡੇ ਸਵਾਲ ਚੁੱਕੇ ਨੇ। ਤੇ ਉਧਰ ਇਸ ਮੌਕੇ ਦੇ ਉੱਤੇ ਮੀਤ ਹੇਅਰ ਨੇ ਵੀ ਵੱਡੀਆਂ ਉਪਲਬਧੀਆਂ ਇਸ ਭਾਜਪਾ ਆਗੂ ਦੀਆਂ ਗਿਣਾਈਆਂ ਨੇ। ਅੱਜ ਬੀਜੇਪੀ ਦੀ ਬਹੁਤ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੇ ਪਿਛਲੇ ਦਿਨੀ 3 ਜਿਹੜੇ ਫਾਰਮ ਬਿੱਲ ਸੀ ਉਹਨਾਂ ਦੇ ਚੱਲਦੇ ਰਿਜ਼ਾਈਨ ਕੀਤਾ। ਸਾਡੇ ਵੱਡੇ ਭਰਾ ਮਾਲਵਿੰਦਰ ਸਿੰਘ ਕੰਗ, ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ, ਪੰਜਾਬ ਯੂਨੀਵਰਸਿਟੀ ਦੇ ਮੈਂ ਕਹਿਣਾ ਕਿ ਜਿਹੜਾ ਵੀ ਪਿਛਲੇ 20-25 ਸਾਲਾਂ 'ਚ ਕੋਈ ਵੀ ਯੂਨੀਵਰਸਿਟੀ ਤੋਂ ਜਿਹੜਾ ਕੋਈ ਬੱਚਾ ਪੜ੍ਹਿਆ, ਮੈਨੂੰ ਨਹੀਂ ਲੱਗਦਾ ਕਿ ਕੋਈ ਮਾਲਵਿੰਦਰ ਕੰਗ ਨੂੰ ਜਾਣਦਾ ਨਹੀਂ ਹੋਣਾ। ਅੱਜ ਤੱਕ ਦੇ ਯੂਨੀਵਰਸਿਟੀ ਦੇ ਇਤਿਹਾਸ 'ਚ ਜੇ ਮੈਂ ਗਲਤ ਨਹੀਂ ਤਾਂ ਮਾਲਵਿੰਦਰ ਸਿੰਘ ਕੰਗ ਇੱਕੋ ਇੱਕ ਸਟੂਡੈਂਟ ਲੀਡਰ ਹੈ ਜਿਹੜਾ 2 ਵਾਰੀ ਇਲੈਕਟਡ ਪ੍ਰਧਾਨ ਰਿਹਾ। ਇੱਕ ਵਾਰੀ 2004 ਤੇ 5 ਦੋ ਵਾਰੀ ਜਿਹੜੇ ਲਗਾਤਾਰ ਜਿਹੜੇ ਆ ਪ੍ਰਧਾਨ ਰਹੇ ਨੇ, ਤੇ 2003 ਤੇ ਉਸ ਤੋਂ ਬਾਅਦ ਸੈਨੇਟ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਬੜੀ ਵੱਡੀ ਇਲੈਕਸ਼ਨ ਹੈ, ਬੜੀ ਔਖੀ ਇਲੈਕਸ਼ਨ ਹੈ। ਤੇ
ਉਹਦੇ ਵੀ ਲਗਾਤਾਰ 2 ਵਾਰੀ ਸੈਨੇਟ ਮੈਂਬਰ ਰਹੇ ਆ ਤੇ ਲਗਾਤਾਰ ਯੂਨੀਵਰਸਿਟੀ ਜਦੋਂ ਪੋਲਿਟਿਕਸ ਕਰਦੇ ਸੀ ਉਦੋਂ ਵੀ, ਤੇ ਬਤੌਰ ਸੈਨੇਟ ਮੈਂਬਰ ਵੀ ਲਗਾਤਾਰ ਸਟੂਡੈਂਟ ਰਾਈਟਸ ਦੇ ਲਈ ਲਗਾਤਾਰ ਜਿਹੜਾ ਇਹ ਹੈ ਕੰਮ ਕਰਦੇ ਰਹੇ ਆ। ਤੇ ਉਸ ਤੋਂ ਬਾਅਦ ਬੀਜੇਪੀ 'ਚ ਜਾਣ ਤੋਂ ਬਾਅਦ ਵੀ ਬੜੇ ਵੱਡੇ ਅਹੁਦਿਆਂ ਤੇ ਰਹੇ, ਕੋਰ ਕਮੇਟੀ ਦੇ ਮੈਂਬਰ ਰਹੇ, ਤੇ ਜਦੋਂ ਰਿਜ਼ਾਈਨ ਕੀਤਾ ਪਿਛਲੇ ਸਮੇਂ 'ਚ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਕਿ ਜਦੋਂ ਬਿਲਕੁਲ ਸਟਾਰਟਿੰਗ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਮਾਲਵਿੰਦਰ ਸਿੰਘ ਕੰਗ ਪਹਿਲੇ ਬੀਜੇਪੀ ਦੇ ਲੀਡਰਾਂ 'ਚੋਂ ਸੀ ਜਿਹੜੇ ਜਨਰਲ ਸੈਕਟਰੀ ਬੀਜੇਪੀ ਦੀ 'ਚ ਬੜਾ ਇੰਪੋਰਟੈਂਟ ਅਹੁਦਾ ਹੈਗਾ। ਜਨਰਲ ਸੈਕਟਰੀ ਦੀ ਪੋਸਟ ਛੱਡ ਕੇ ਕਿਸਾਨੀ ਧਰਨੇ ਦੀ ਹਮਾਇਤ ਦੇ ਵਿੱਚ ਦਿੱਲੀ ਵੀ ਪਹੁੰਚੇ, ਲਗਾਤਾਰ ਉਦੋਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਵੀ ਸਰਗਰਮ ਨੇ। ਸੋ ਮੈਂ ਸਮਝਦਾ ਕਿ ਕੰਗ ਸਾਹਿਬ ਦੇ ਸਾਡੇ ਭਰਾ ਜੀ ਦੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਜਿਹੜਾ ਬਲ ਮਿਲੂਗਾ। ਇਹਦੇ ਨਾਲ ਪਾਰਟੀ ਜਿਹੜੀ ਹੈ ਮਜ਼ਬੂਤ ਹੋਊਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਿਜਲੀ ਸਮਝੌਤਿਆਂ ਅਤੇ ਬਿਜਲੀ ਦੇ ਉੱਤੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਿੱਧੇ ਵਾਰ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਵੀ ਹੋਵੇ ਪੰਜਾਬ ਦੇ ਲੋਕਾਂ ਦੀ ਬਿਜਲੀ ਪੂਰੀ ਕਰਨੀ ਚਾਹੀਦੀ ਹੈ, ਚਾਹੇ ਕੋਈ ਨਵਾਂ ਸਮਝੌਤਾ ਕਰੋ, ਪੁਰਾਣਾ ਸਮਝੌਤਾ ਰੱਦ ਕਰੋ, ਪਰ ਪੰਜਾਬ ਦੇ ਲੋਕਾਂ ਨੂੰ ਕਿਤੋਂ ਵੀ ਖਰੀਦ ਕੇ ਬਿਜਲੀ ਪੂਰੀ ਕਰੋ, ਕਿਉਂਕਿ ਕਿਸਾਨਾਂ ਦੇ ਕੋਲ 23 ਘੰਟੇ ਤੱਕ ਬਿਜਲੀ ਨਹੀਂ ਪਹੁੰਚ ਰਹੀ, ਜੋ ਕਿ ਬਹੁਤ ਵੱਡੇ ਕੱਟ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਬਹੁਤ ਵੱਡੇ ਸੰਕਟ 'ਚ ਹੈ, ਬਿਜਲੀ ਦਾ ਸੰਕਟ ਹੈ। ਪਿਛਲੇ ਕਈ ਦਿਨਾਂ ਤੋਂ ਮੈਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਈ ਵੱਡੇ ਇੰਡਸਟਰੀਜ਼, ਛੋਟੇ ਇੰਡਸਟਰੀਜ਼, ਵਪਾਰੀਆਂ ਦੇ ਟੈਲੀਫੋਨ ਆ ਰਹੇ ਹੈ ਕਿ ਸਾਨੂੰ ਬਚਾਓ, ਸਾਨੂੰ ਜਿਹੜੇ ਆਰਡਰ ਮਿਲੇ ਸੀ ਉਹ ਸਾਰੇ ਕੈਂਸਲ ਹੋ ਰਹੇ ਹੈ ਕਿਉਂਕਿ ਸਾਡੀਆਂ ਫੈਕਟਰੀਆਂ ਬਿਜਲੀ ਨਾ ਆਉਣ ਕਰਕੇ ਬੰਦ ਹੋ ਗਈਆਂ। ਕਰੋੜਾਂ ਅਰਬਾਂ ਦਾ ਨੁਕਸਾਨ ਹੋਣ ਜਾ ਰਿਹਾ ਪੰਜਾਬ ਦੀ ਇੰਡਸਟਰੀ ਦਾ। ਜੇ ਪੰਜਾਬ ਦੀ ਇੰਡਸਟਰੀ ਤੁਹਾਨੂੰ ਆਪ ਹੀ ਪਤਾ ਹੈ ਪਿਛਲੇ 1.5 ਸਾਲਾਂ 'ਚੋਂ ਮੁਸ਼ਕਿਲ 'ਚ ਹੈ। ਪਹਿਲੇ ਕੋਵਿਡ ਕਰਕੇ ਸਾਰੀ ਇੰਡਸਟਰੀ ਬੰਦ ਸੀ ਤੇ ਹੁਣ ਕੈਪਟਨ ਨੇ ਬਿਜਲੀ ਕਰਕੇ ਕਰ ਦਿੱਤੀ। ਬਿਜਲੀ ਦੀ ਸਮੱਸਿਆ ਕੀ ਹੈ? ਬਿਜਲੀ ਦੀ ਸਮੱਸਿਆ ਹੈ ਕਿ ਬਿਜਲੀ ਆਪਾਂ ਨੇ ਕੋਲੇ ਪੂਰੀ ਹੈ ਹੀ ਨਹੀਂ। ਹਰ ਸਾਲ 500 ਮੈਗਾਵਾਟ ਬਿਜਲੀ ਦੀ ਡਿਮਾਂਡ ਵੱਧਦੀ ਹੈ। ਪਿਛਲੇ 4.5 ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਥਰਮਲ ਪਲਾਂਟ ਨਹੀਂ ਲਾਇਆ ਜਾਂ ਕੋਈ ਆਪਣਾ ਸੋਲਰ ਪਲਾਂਟ ਨਹੀਂ ਲਾਇਆ, ਜਿਹਦੇ ਕਰਕੇ ਜੋ ਅਸੀਂ ਸਰਪਲਸ ਕਰਕੇ ਗਏ ਸੀ ਹੁਣ ਉਹ ਸ਼ਾਰਟੇਜਸ ਹੋ ਗਈਆਂ। ਵੱਡੀ ਗੱਲ ਇੱਕ ਹੋਰ ਵੀ ਕੀਤੀ ਕੈਪਟਨ ਨੇ, ਜਿਹੜੇ ਸਰਕਾਰੀ ਥਰਮਲ ਪਲਾਂਟ ਸੀ ਉਹ ਵੀ ਬੰਦ ਕਰਤੇ। ਬਠਿੰਡੇ ਦਾ ਥਰਮਲ ਪਲਾਂਟ ਬੰਦ ਕਰਤਾ, ਹੁਣ ਤੁਹਾਡਾ ਆਪਣੇ ਰੋਪੜ ਵਾਲੇ ਥਰਮਲ ਪਲਾਂਟ ਬੰਦ ਕਰ ਦਿੱਤਾ ਤੇ ਹੋਰ ਸ਼ਾਰਟੇਜ ਵੱਧ ਗਈ। ਆਹ ਤਾਂ ਬਚਾਅ ਆਪਣਾ ਇਸ ਗੱਲ ਦਾ ਹੈ ਕਿ 4,500 ਮੈਗਾਵਾਟ ਬਿਜਲੀ ਦੇ ਥਰਮਲ ਪਲਾਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਾਏ, ਉਹ ਵੀ ਸਭ ਤੋਂ ਸਸਤੇ ਲਾਏ, 2 ਰੁਪਏ 80 ਪੈਸੇ ਬਿਜਲੀ ਰੇਟ 'ਤੇ, ਜਿਹਦੇ ਕਰਕੇ ਆਪਣਾ ਥੋੜ੍ਹਾ ਮੋਟਾ ਬਚਾਇਆ। ਜੇ ਉਹ ਨਾ ਲੱਗਦੇ ਹੁੰਦੇ ਤੇ ਅੱਜ ਆਪਣਾ ਸਾਰਾ ਪੰਜਾਬ ਬੰਦ ਹੋਣਾ ਸੀ। ਇੰਡਸਟਰੀ ਨੂੰ ਮਸਾਂ 5-7 ਦਿਨ ਹਫ਼ਤੇ 'ਚ ਬਿਜਲੀ ਆਉਣੀ ਸੀ। ਇਹ ਜੀ ਹਾਲਾਤ ਬਣ ਜਾਣੀ ਸੀ ਜੇ ਉਹ ਮਿਹਨਤ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦੀ। ਵੱਡੀ ਗੱਲ ਹੈ ਕੈਪਟਨ ਸਾਹਿਬ ਹਰ ਵਾਰ ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਕਿ ਮੈਨੂੰ ਯਾਦ ਹੈ ਕਿ ਮੈਂ 5 ਰੁਪਏ ਯੂਨਿਟ ਇੰਡਸਟਰੀ ਨੂੰ ਦਊਂਗਾ। ਕੈਪਟਨ ਸਾਹਿਬ ਕਿੱਥੇ ਗਿਆ ਵਾਅਦਾ ਤੁਹਾਡਾ? ਅੱਜ ਇੰਡਸਟਰੀ ਦੇ ਸਾਰੇ ਟੈਲੀਫੋਨ ਆ ਰਹੇ ਹੈ, ਉਹਨਾਂ ਨੂੰ 10 ਰੁਪਏ ਯੂਨਿਟ ਤੁਸੀਂ ਦੇ ਰਹੇ ਹੋ ਬਿਜਲੀ। ਕਿੱਡਾ ਵੱਡਾ ਨੁਕਸਾਨ। ਪਹਿਲੇ 5 ਦੀ ਜਗ੍ਹਾ 10 ਰੁਪਏ ਯੂਨਿਟ ਲੈ ਰਹੇ ਹੈ। ਦੂਜੀ ਗੱਲ ਬਿਜਲੀ ਆ ਨਹੀਂ ਰਹੀ, ਉਹਨਾਂ ਦੀ ਫੈਕਟਰੀਆਂ ਬੰਦ ਹੈ, ਉਹਨਾਂ ਦੇ ਆਰਡਰ ਬੰਦ ਹੋ ਗਏ। ਕਿਵੇਂ ਬਚੂਗੀ ਪੰਜਾਬ ਦੀ ਇੰਡਸਟਰੀ, ਕਿਵੇਂ ਬਚੂਗਾ ਪੰਜਾਬ ਦਾ ਟ੍ਰੇਡ? ਇਸ ਕਰਕੇ ਮੈਂ ਅਪੀਲ ਕਰਦਾ ਕੈਪਟਨ ਸਾਹਿਬ ਨੂੰ, ਤੁਸੀਂ ਖਜ਼ਾਨੇ 'ਚੋਂ ਪੈਸਾ ਕੱਢ ਕੇ ਜਿੱਥੋਂ ਵੀ ਬਿਜਲੀ ਮਿਲਦੀ ਹੈ ਬਿਜਲੀ ਲਓ, ਤਾਂ ਹੀ ਆਪਣੀ ਪੰਜਾਬ ਦੀ ਇੰਡਸਟਰੀ ਬਚੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਧਰ ਆਖਿਰਕਾਰ ਬੀਤੇ ਦਿਨ ਹੀ ਦਿੱਲੀ ਤੋਂ ਵਾਪਸ ਪੰਜਾਬ ਪਰਤੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਰ ਕੱਲ੍ਹ ਸਾਰਾ ਦਿਨ ਦਿੱਲੀ ਦੇ ਵਿੱਚ ਹੀ ਮੀਟਿੰਗਾਂ ਦਾ ਦੌਰ ਚੱਲਿਆ। ਇਹਨਾਂ ਮੀਟਿੰਗਾਂ ਦੇ ਵਿੱਚ ਰਾਜਕੁਮਾਰ ਵੇਰਕਾ ਵੀ ਮੁਲਾਕਾਤ ਕਰਕੇ ਆਏ ਨੇ ਤੇ ਉਧਰ ਹੀ ਅਸਵਨੀ ਸ਼ੇਖੜੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਪੂਰਥਲਾ ਹਾਊਸ ਦੇ ਵਿੱਚ ਮੁਲਾਕਾਤ ਕਰਕੇ ਪਰਤੇ ਨੇ। ਉਹਨਾਂ ਨੇ ਇਸ ਮੌਕੇ ਦੇ ਉੱਤੇ ਕੀ कुछ किया उसमें? मेरी नाराज़गी कैप्टन साहब से या पार्टी से कोई जाती तौर पे पर्सनल नहीं थी। मेरी नाराज़गी इसी बात पे थी कि हमारे शहरों के जो लोगों के मुद्दे हैं, आज 50% तो ਵੱਧ पॉपूलेशन पंजाब ਦੀ शहरों 'ਚ ਰਹਿੰਦੀ है और चाहे छोटे कस्बे ने, सिटीज़ ने, और वो 50% पॉपूलेशन ਜਿਹੜੀ ਹੈ ਉਹਨੂੰ ਜਿਹੜੀਆਂ ਫੈਸਿਲਿਟੀਜ਼ ਚਾਹੀਦੀਆਂ, ਜੋ ਉਹਨਾਂ ਦੀਆਂ ਮੰਗਾਂ ਨੇ ਉਹਦੇ ਬਾਰੇ ਡਿਸਕਸ਼ਨ ਨਹੀਂ ਹੋ ਰਹੀ। ਉਹਦੇ 'ਤੇ ਡਿਸਕਸ਼ਨ ਕਰਨੀ ਚਾਹੀਦੀ ਹੈ ਔਰ ਉਹਦੇ ਹੱਲ ਕਰਨੇ ਚਾਹੀਦੇ। ਬਹੁਤ ਸਾਰੇ ਸ਼ਹਿਰ ਦੇ ਐਸੇ ਏਰੀਏ ਨੇ ਜਿਹੜੇ ਸਲਮਸ ਦੇ ਵਿੱਚ ਬਦਲ ਗਏ। ਲੋਕਾਂ ਨੂੰ ਪੀਣ ਦਾ ਸਵੱਛ ਪਾਣੀ ਨਹੀਂ ਮਿਲ ਰਿਹਾ, ਸੀਵਰ ਪ੍ਰੋਬਲਮ ਹੈ, ਬੱਤੀ ਦੀ ਪ੍ਰੋਬਲਮ ਹੈ,
ਗਲੀਆਂ ਸੜਕਾਂ ਬਣਨ ਵਾਲੀਆਂ ਨੇ ਔਰ ਬਹੁਤ ਸਾਰੇ ਐਸੇ ਇਸ਼ੂ ਨੇ ਜਿਹੜੇ ਕਿ ਸਾਡੇ ਛੋਟੇ ਦੁਕਾਨਦਾਰਾਂ ਦੇ, ਛੋਟੇ ਸਮਾਲ ਸਕੇਲ ਇੰਡਸਟਰੀ ਦੇ, ਮਾਈਕਰੋ ਇੰਡਸਟਰੀ ਦੇ ਨੇ, ਜਿਹੜੇ ਕਿ ਐਡਰੈਸ ਹੋਣ ਵਾਲੇ ਨੇ। ਅਸੀਂ ਉਹਦੇ ਬਾਰੇ ਡਿਸਕਸ ਕੀਤਾ। ਸਰਕਾਰ ਨੇ ਮੇਰੀ ਗੱਲ ਸੁਣੀ ਹੈ। ਮੈਂ ਮੁੱਦੇ ਜਿਹੜੇ ਸਾਹਮਣੇ ਰੱਖੇ ਨੇ, ਜਿਹੜੀ ਪਿੰਡਾਂ ਦੇ ਸਾਡੇ ਸ਼ਹਿਰ ਦੀ ਮੀਟਿੰਗ ਹੋਈ ਸੀਗੀ CM ਸਾਹਿਬ ਦੇ ਘਰ, ਉੱਥੇ ਵੀ ਰੱਖੇ ਨੇ, ਕੱਲ੍ਹ ਦੀ ਮੀਟਿੰਗ ਰੱਖੇ ਨੇ, ਅੱਜ ਵੀ ਰੱਖੇ ਨੇ ਔਰ ਉਹ ਪੋਜ਼ਿਟਿਵਲੀ ਉਹਨਾਂ ਨੂੰ ਸੁਣ ਕੇ ਉਹਨਾਂ ਨੇ ਅਸ਼ੋਰ ਕੀਤਾ ਕਿ ਉਹਨਾਂ ਮੁੱਦਿਆਂ ਤੇ ਜ਼ਰੂਰ ਸੀਰੀਅਸਲੀ ਸਰਕਾਰ ਐਕਸ਼ਨ ਲਏਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੀ ਵੱਲੋਂ 12 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਏਗਾ। ਇਸ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਟਰੱਕ ਯੂਨੀਅਨਾਂ ਇੱਕ ਵਾਰ ਫਿਰ ਤੋਂ ਬਹਾਲ ਹੋਣੀਆਂ ਚਾਹੀਦੀਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਪ੍ਰਦਰਸ਼ਨ ਮੋਤੀ ਮਹਿਲ ਦੇ ਬਾਹਰ ਰਹੇਗਾ। ਡੀਜ਼ਲ ਤੇ ਪੈਟਰੋਲ ਦੇ ਜਿਹੜੇ ਵਧੇ ਰੇਟ ਆ ਉਹਨਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਸਿਰਫ ਆਪਣੀ ਯਾਦ ਪੱਤਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੋਤੀ ਮਹਿਲ ਤੇ ਉਹਨਾਂ ਨੂੰ ਇਹ ਆਪਣਾ ਇੱਕ ਮੈਮੋਰੈਂਡਮ ਦੇਣ ਵਾਸਤੇ ਜਾਣਗੇ। ਜੇ ਗੱਲ ਨਾ ਮੰਨੀ ਤਾਂ ਅਸੀਂ ਅਗਸਤ ਦੇ ਮਹੀਨੇ ਦੇ ਵਿੱਚ ਇੱਕ ਪੰਜਾਬ ਭਰ ਦੇ ਵਿੱਚ ਇੱਕ ਵਿਸ਼ਾਲ ट्रांसपोर्ट रैली करांगे क्योंकि डीजल पेट्रोल दीयां वध रहीआं कीमतां दा असर सारिਆਂ ते पै रहा, हर वर्ग ते पै रहा, पर सब तो वध जे कोई असर पै रहा एक पेशे कारोबार दे तौर ते वो ट्रांसपोर्ट ते पै रहा। डीजल दे और पेट्रोल दीयां कीमतां नूं घट करन लई जरूरी है कि वैट दे रेट अद्धे कीते जाण। 50% कटौती वैट ਦੇ ਵਿੱਚ ਸੂਬਾ ਸਰਕਾਰ ਨੂੰ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਔਰ 50% ਕਸਟਮ ਡਿਊਟੀ ਘਟਾਉਣ ਲਈ, ਐਕਸਾਈਜ਼ ਡਿਊਟੀ ਘਟਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾ ਸਕਦਾ। ਜੇ ਸੂਬਾ ਸਰਕਾਰਾਂ ਨੇ ਆਪਣਾ ਵੈਟ ਨਾ ਘਟਾਇਆ ਤਾਂ ਕੇਂਦਰ ਜਿਹੜਾ ਆਪਣਾ ਟੈਕਸ ਨਹੀਂ ਘਟਾਏਗਾ। उधर पेट्रोल डीजल ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਇਹਨਾਂ ਵਧਦੀਆਂ ਕੀਮਤਾਂ ਨੇ ਸਿਰਫ ਆਮ ਲੋਕ ਹੀ ਨਹੀਂ ਬਲਕਿ ਪੰਪ ਮਾਲਕਾਂ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ। ਵਧਦੀਆਂ ਕੀਮਤਾਂ ਦੇ ਨਾਲ ਲਗਾਤਾਰ ਨੁਕਸਾਨ ਹੋ ਰਿਹਾ ਪੰਪ ਮਾਲਕਾਂ ਦਾ ਤੇ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਦੱਸਿਆ ਗਿਆ ਹੈ ਕਿ ਰੇਟ ਵਧਣ ਦੇ ਨਾਲ ਉਹਨਾਂ ਦਾ ਮੁਨਾਫਾ ਨਹੀਂ ਵਧ ਰਿਹਾ ਬਲਕਿ ਉਹਨਾਂ ਦਾ ਨੁਕਸਾਨ ਵਧ ਰਿਹਾ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਕਮਿਸ਼ਨ ਲਗਾਤਾਰ ਘਟਾਈ ਗਈ ਹੈ ਪਿਛਲੇ 4 ਸਾਲਾਂ ਤੋਂ, ਜਿਸ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਤੇ ਇਸ ਕਮਿਸ਼ਨ ਨੂੰ ਵਧਾਇਆ ਜਾਣਾ ਚਾਹੀਦਾ। ਸਾਡੀ ਸਰਕਾਰਾਂ ਦੇ ਤੋਂ ਅਪੀਲ ਜ਼ਰੂਰ ਹੈਗੀ ਜੀ, ਖਿਲਾਫ ਤਾਂ ਕੀ ਹੈਗੀ ਉਹਨਾਂ ਦੀ ਸ਼ਾਇਦ ਉਹਨਾਂ ਦੀ ਵੀ ਕਮੀ ਹੈਗੀ ਜਿਹਦੇ ਕਰਕੇ ਉਹ ਟੈਕਸ ਸਟਰਕਚਰ ਜਿਹੜਾ ਘਟਾ ਨਹੀਂ ਪਾ ਰਹੇ, ਸ਼ਾਇਦ ਰੈਵਨਿਊ ਨਹੀਂ ਮਿਲ ਰਿਹਾ। ਪਰ ਸਾਨੂੰ ਕਿਉਂ ਪੀਸਿਆ ਜਾ ਰਿਹਾ ਉਹਦੇ ਵਿੱਚ? ਸਾਡੇ ਮਾਰਜਨ ਨਹੀਂ ਵਧਾਏ ਗਏ, ਸਾਡੇ ਜਿਹੜੇ ਨੁਕਸਾਨ ਹੋਏ ਨੇ ਕੋਵਿਡ ਦੇ ਦੌਰਾਨ ਤੇ ਸਾਨੂੰ ਉਹ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਗਈ ਹੈਗੀ। ਅਸੀਂ ਸਾਰੀ ਸੇਵਿੰਗਸ ਆਪਣੇ ਵੱਲੋਂ ਲਾ ਚੁੱਕੇ ਹੈਗੇ। ਅਸੀਂ ਜਿੰਨੇ ਖਰਚੇ ਨੇ ਇਨਫਲੇਸ਼ਨ ਦੇ ਸਾਰੀ ਮਾਰ ਜਿਹੜੀ ਸਾਡੀ ਪੈ ਰਹੀ ਹੈ। 2017 ਵਿੱਚ ਲਾਸਟ ਕਮਿਸ਼ਨ ਰਿਵਾਈਜ਼ ਹੋਈ ਸੀ, ਅੱਜ ਤੱਕ ਕਮਿਸ਼ਨ ਨਹੀਂ ਰਿਵਾਈਜ਼ ਹੋਈ, ਜਦਕਿ ਪ੍ਰੋਮਿਸ ਕੀਤਾ ਗਿਆ ਸੀ ਕਿ ਹਰ 6 ਮਹੀਨੇ ਬਾਅਦ ਸਾਡੀ ਕਮਿਸ਼ਨ ਰਿਵਾਈਜ਼ ਹੋਏਗੀ। ਅਸੀਂ ਤਾਂ ਅਪੀਲ ਕਰ ਰਹੇ ਹਾਂ ਸਰਕਾਰਾਂ ਨੂੰ ਕਿ ਰੇਟ ਵੀ ਘਟਾਓ ਤਾਂ ਕਿ ਸਾਡੀ ਜਿਹੜੀ ਕੰਜ਼ੰਪਸ਼ਨ ਗਿਰੀ ਹੈਗੀ ਹੈ ਉਹ ਕੰਜ਼ੰਪਸ਼ਨ ਜਿਹੜੀ ਸਾਡੀ ਉਹ ਵਾਪਸ ਆਵੇ, ਲੋਕੀ ਵੀ ਇਕਨੋਮੀ ਵਿੱਚ ਥੋੜ੍ਹਾ ਜਿਹਾ ਸੌਖਾ ਮਹਿਸੂਸ ਕਰਕੇ ਖਰਚਾ ਕਰਨਾ ਸ਼ੁਰੂ ਕਰਨ। ਜਿਹੜੇ ਸਟੇਟ ਗਵਰਨਮੈਂਟ ਨੇ ਉਹ ਬਚ ਜਾਂਦੀਆਂ ਨੇ ਕਿ ਉਹ ਜੀ ਸੈਂਟਰ ਰੇਟ ਵਧਾ ਰਹੀ ਹੈ। ਜਿਹੜਾ ਸਟੇਟ ਗਵਰਨਮੈਂਟ ਦੀ ਜਿਹੜੀ ਵੈਟ ਦੇ ਉੱਤੇ ਪਰਸੈਂਟੇਜ ਵਿੱਚ ਕਮਾਈ ਹੈ ਉਹ ਵੀ ਤਾਂ ਵੱਧ ਰਹੀ ਹੈ ਜੀ, ਉਹ ਘਟਾ ਸਕਦੇ ਸੀਗੇ। ਜਦ ਪੜੋਸੀ ਰਾਜਾਂ ਨੇ ਸਾਡੇ ਜਦ ਵੈਟ ਘਟਾਈ ਹੈਗੀ ਹੈ ਤੇ ਲੋਕਾਂ ਨੂੰ ਰਿਲੀਫ ਦਿੱਤਾ ਤਾਂ ਫਿਰ ਪੰਜਾਬ ਸਰਕਾਰ ਨੂੰ ਕਿਹਨੇ ਰੋਕਿਆ ਸੀਗਾ? ਜਿੰਨੇ ਕੋਵਿਡ ਨਾਲ ਜਾਂ ਬਾਕੀ ਹਾਲਾਤ ਦੇ ਇਫੈਕਟਿਵ ਨੇਬਰਿੰਗ ਸਟੇਟਸ ਨੇ ਉਹਨਾਂ ਦਾ ਸਾਡਾ ਸਟੇਟ ਵੀ ਹੈਗਾ, ਇਹ ਵੀ ਤਾਂ ਸਾਡੇ ਸਟੇਟ ਦੇ ਵਾਸਤੇ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ, ਪਰ ਕੋਈ ਸੋਚਿਆ ਨਹੀਂ ਹੈਗਾ, ਜਿਹਦੇ ਕਰਕੇ ਸਾਡੀ ਸੇਲ ਹੋਰ ਅਸੀਂ ਦੋਹਰੀ ਮਾਰ ਖਾ ਰਹੇ ਹਾਂ ਕਿ ਜਿਹੜੀ ਪੰਜਾਬ ਦੀ ਸੇਲ ਹੈਗੀ ਉਹ ਬਾਕੀ ਰਾਜਾਂ 'ਚ ਜਾ ਕੇ ਸੇਲ ਹੋ ਰਹੀ ਹੈ। ਤੇ ਹੁਣ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਦੇ ਉੱਤੇ ਲੱਗਣ ਵਾਲੀ ਚਾਹ ਦੀ ਸਟਾਲ ਦੀਆਂ। ਇਹ ਚਾਹ ਦੀ ਸਟਾਲ ਕੋਈ ਆਮ ਨਹੀਂ ਹੈ, ਇਹ ਬਹੁਤ ਖਾਸ ਚਾਹ ਹੈ ਕਿਉਂਕਿ ਇਹ 2 ਬਜ਼ੁਰਗ ਭਰਾਵਾਂ ਦੀ ਜੋੜੀ ਹੈ ਜਿਸ ਦੇ ਵੱਲੋਂ ਇੱਥੇ ਚਾਹ ਦੀ ਸਟਾਲ ਲਾਈ ਗਈ ਹੈ। ਚਾਹ ਦਾ ਇੱਕ ਖੋਖਾ ਜਿਹੜਾ ਲਾਇਆ ਗਿਆ ਹੈ। ਇਹਨਾਂ ਤੋਂ ਚਾਹ ਪੀ ਕੇ ਬਹੁਤ ਵੱਡੇ ਡਾਕਟਰ ਅਤੇ ਵਾਈਸ ਚਾਂਸਲਰ ਇਸ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਵੱਖਰੀ ਪਹਿਚਾਣ ਨੇ 2 ਬਜ਼ੁਰਗ ਭਰਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਆਪਣੀ ਮਿਹਨਤ ਦੇ ਨਾਲ ਲੋਕਾਂ ਨੂੰ ਚਾਹ ਪਿਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ, ਪਰ ਇਹਨਾਂ ਦੇ ਚਾਹ ਅਤੇ ਪਰੌਂਠੇ ਵੱਡੇ ਅਫਸਰਾਂ ਅਤੇ ਡਾਕਟਰਾਂ ਦੇ ਵਿੱਚ ਮਸ਼ਹੂਰ ਨੇ। 1962 'ਚ ਯੂਨੀਵਰਸਿਟੀ ਬਣੀ ਹੈ। 1962 ਦੇ ਇੱਥੇ ਅਸੀਂ ਚਾਹ ਦਾ ਜਿੰਨੇ ਕੈਂਪਸ ਬਣੇ ਹੋਸਟਲ ਜੋ ਵੀ ਬਿਲਡਿੰਗਾਂ ਬਣੀਆਂ ਸਾਰੀਆਂ ਬਿਲਡਿੰਗਾਂ ਦੇ ਉੱਤੇ ਕੰਮ ਕਰਕੇ ਅਸੀਂ ਰੋਟੀ ਪਾਣੀ ਤਿਆਰ ਕਰਦੇ ਹਾਂ।
ਕਿਸ ਤਰ੍ਹਾਂ ਕੌਣ ਹੁੰਦਾ ਸੀ ਇੱਥੇ ਪੜ੍ਹਨ ਆਉਂਦੇ ਸੀ, ਕਿੰਨੇ ਕੁ ਸਟੂਡੈਂਟ ਹੁੰਦੇ ਸੀ ਉਸ ਸਮੇਂ, ਕਿੱਦਾਂ ਕੰਮ ਸ਼ੁਰੂ ਕੀਤਾ ਕਾਰੋਬਾਰ ਮਾੜਾ ਮੋਟਾ ਲੇਬਰ ਦਾ ਹੀ ਹੁੰਦਾ ਸੀਗਾ। ਲੇਬਰ ਵਾਲੇ ਜ਼ਿਆਦਾ ਇੰਨਾ ਕੰਮ ਨਹੀਂ ਤਾਂ ਹੁੰਦਾ, ਲੇਬਰ ਹੀ ਹੁੰਦੀ ਸੀ। ਦੋ ਭਾਈਆਂ ਨੇ ਤੁਸੀਂ ਇੱਥੇ ਕੰਮ ਸ਼ੁਰੂ ਕੀਤਾ? ਅਸੀਂ ਮੈਂ ਆਇਆ ਸੀ 1962 'ਚ, ਅਤੇ 1962 'ਚ ਮੈਂ ਕਿਸੇ ਕੋਲ ਕੰਮ ਕਰਦਾ ਸੀ, ਅਤੇ 1969 'ਚ ਮੈਨੂੰ ਦੁਕਾਨ ਮਿਲ ਗਈ। 1969 'ਚ ਫਿਰ ਮੇਰਾ ਬੜਾ ਭਾਈ ਉਹ ਆ ਗਿਆ, ਉਸ ਤੋਂ ਬਾਅਦ ਅਸੀਂ ਦੋਹਾਂ ਭਾਈਆਂ ਨੇ ਕੰਮ ਕੀਤਾ। ਵਿਸ਼ਵ ਭਰ ਦੇ ਵਿੱਚ ਤੁਹਾਡਾ ਨਾਮ ਜਾਣਿਆ ਜਾਂਦਾ, ਕਿਉਂ ਜਾਣਿਆ ਜਾਂਦਾ ਵਾ? ਇੱਥੋਂ ਵੀ ਪ੍ਰੋਫੈਸਰ ਜਿਹੜੇ ਬਣ ਕੇ ਗਏ ਨੇ ਇਸ ਕਰਕੇ? ਹਾਂ, ਮੇਰੇ ਤਾਂ ਹੁਣ ਦੇਖੋ ਬੇਟੇ ਅਮਰੀਕਾ ਕੈਨੇਡਾ ਤੱਕ ਵੀ ਬੈਠੇ ਆ, ਉਹ ਵੀ ਹੁਣ ਵੀ ਆਉਣਗੇ, ਆ ਕੇ ਮਿਲ ਕੇ ਜਾ ਰਹੇ ਨੇ, ਚਾਹ ਪਾਣੀ ਆ ਪੀ ਕੇ ਫੋਟੋ ਖਿਚਾ ਕੇ, ਜਦੋਂ ਫੋਟੋ ਆਪਣੀ ਕਦੇ ਕੈਸ਼ ਕਰਕੇ ਕਹਿੰਦੇ ਭੇਜਤੀ ਸਾਰੀ ਬਾਈਕ। ਪਹਿਲਾਂ ਚਾਹ ਕਿੱਥੇ ਬਣਾਉਂਦੇ? ਭੱਠੀ ਪੁੱਠੀ ਤੇ ਬਣਾਉਂਦੇ ਸੀ? ਪਹਿਲਾਂ ਭੱਠੀ ਕੋਲਾ, ਹਾਂ ਕੋਲਾ ਭੱਠੀ, ਸੋ ਉਹਦੇ ਕਰਕੇ ਟੇਸਟ ਜਾਂ ਹਾਂ ਹੁੰਦਾ ਸੀਗਾ। ਹੁਣ ਵੀ ਆ ਜਦੋਂ ਆਹ ਲੋਕਡਾਊਨ ਦੇ ਲੱਗੇ ਆ ਉੱਥੇ ਕੰਮ ਬੰਦ ਹੋ ਗਏ, ਕੋਲਾ ਬਹੁਤ ਮਹਿੰਗਾ ਹੋ ਗਿਆ ਹੁਣ, ਇਸ ਕਰਕੇ ਨਾਲੇ ਉਹਨੇ ਕੰਮ ਗਾਹਕ ਹੈ ਨਹੀਂ, ਇਸ ਕਰਕੇ ਗੈਸ ਤੇ ਮਾੜਾ ਮੋਟਾ ਟਾਈਮ ਪਾਸ। ਕਹਿੰਦੇ ਕਿ ਦੋ ਭਰਾ ਇੱਕ ਘਰ 'ਚ ਨਹੀਂ ਟਿਕ ਸਕਦੇ, ਦੋ ਭਰਾਵਾਂ ਦੀ ਜੋੜੀ ਬੜੀ ਮਸ਼ਹੂਰ, ਅੱਜ ਵੀ ਇਕੱਠੇ ਬੈਠ ਕੇ ਸ਼ਾਮ। ਦੇਖੋ ਕਦੇ ਨਹੀਂ ਅਸੀਂ ਲੜੇ ਨਹੀਂ, ਕਦੇ ਬੋਲੇ ਨਹੀਂ। ਘਰ ਜੋ ਪਰਿਵਾਰ ਘਰ ਵਾਲੀਆਂ ਸਾਡੀਆਂ ਸੀਗੀਆਂ ਦੋ ਹੈਂ, ਅਸੀਂ ਉਹਨਾਂ ਦੇ ਮਗਰ ਨਹੀਂ ਲੱਗੇ। ਉਹ ਚਾਹੇ ਲੜਨ ਭਿੜਨ ਜੋ ਮਰਜ਼ੀ, ਅਸੀਂ ਉਹਨਾਂ ਦੇ ਪਿੱਛੇ ਮਗਰ ਲੱਗੇ ਨਹੀਂ, ਤਾਂ ਕਰਕੇ ਅਸੀਂ ਇੱਥੇ ਤੱਕ ਪਹੁੰਚੇ। ਉਧਰ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਦਾ ਵਿਸਥਾਰ ਹੋਇਆ। ਬੀਤੇ ਦਿਨੀ ਇਸ ਕੈਬਨਿਟ ਦੇ ਵਿੱਚੋਂ ਕਈ ਵੱਡੇ ਚਿਹਰੇ ਜਾ ਚੁੱਕੇ ਨੇ ਤੇ ਕਈ ਨਵੇਂ ਵੱਡੇ ਚਿਹਰਿਆਂ ਦਾ ਆਗਾਜ਼ ਇਸ ਦੇ ਵਿੱਚ ਸਿਆਸਤ ਦੇ ਨਵੇਂ ਰੂਪ ਦੇ ਵਿੱਚ ਕੀਤਾ ਗਿਆ ਹੈ। ਦੱਸ ਦਈਏ ਕਿ ਕੱਲ ਸ਼ਾਮ 6 ਵਜੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਕੈਬਨਿਟ ਵਿਸਥਾਰ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਐਨਡੀਏ ਗੱਠਜੋੜ ਦੀ ਸਰਕਾਰ ਅਤੇ ਮੰਤਰੀ ਮੰਡਲ ਦਾ ਬੁੱਧਵਾਰ ਸ਼ਾਮੀ ਵਿਸਥਾਰ ਕੀਤਾ ਗਿਆ ਹੈ। ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਦੇ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ 43 ਮੰਤਰੀਆਂ ਨੇ ਸਹੁੰ ਚੁੱਕੀ ਹੈ। ਦੱਸਦੀ ਕਿ ਇਸ ਦੇ ਵਿੱਚ ਪਹਿਲਾਂ ਹੀ 12 ਦੇ ਕਰੀਬ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੀ, ਜਿਨ੍ਹਾਂ ਦੇ ਵਿੱਚ ਵੱਡੇ ਨਾਮ ਨੇ ਜਿਨ੍ਹਾਂ ਨੇ ਕੈਬਨਿਟ ਦੇ ਵਿੱਚੋਂ ਛੁੱਟੀ ਹੋਈ ਹੈ। ਉਹਨਾਂ ਦੇ ਵਿੱਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ, ਸਿੱਖਿਆ ਮੰਤਰੀ ਹਰਸ਼ਵਰਧਨ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਨਾਮ ਵੀ ਪ੍ਰਮੁੱਖ ਤੌਰ ਦੇ ਉੱਤੇ ਹੈ। ਤੇ ਨਵੇਂ ਸਹੁੰ ਚੁੱਕਣ ਵਾਲਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਅਹਿਮ ਬਿੰਦੂ ਰਹੇ ਨੇ ਉਹ ਨੇ 15 ਦੇ ਕਰੀਬ ਕੈਬਨਿਟ ਅਤੇ 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ। 7 ਮੰਤਰੀਆਂ ਨੂੰ ਰਾਜ ਮੰਤਰੀਆਂ ਤੋਂ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। 7 ਔਰਤ ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਭਾਜਪਾ ਦੇ ਸਹਿਯੋਗੀ ਦਲਾਂ ਦੇ ਵਿੱਚੋਂ ਵੀ 3 ਮੰਤਰੀਆਂ ਨੇ ਸਹੁੰ ਚੁੱਕੀ ਹੈ। ਮੰਤਰੀ ਮੰਡਲ ਵਿੱਚ ਪਿਛੜੀ ਜਨਜਾਤੀ ਅਤੇ ਅਨੁਸੂਚਿਤ ਜਾਤੀ ਵਰਗ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਗਿਆ ਹੈ। ਦੱਸਦੀ ਕਿ ਜੋ ਨਵੇਂ ਬਣੇ ਮੰਤਰੀ ਨੇ ਜਿਨ੍ਹਾਂ ਦਾ ਇਸ ਮੰਤਰੀ ਮੰਡਲ ਦੇ ਵਿੱਚ ਥਾਂ ਦਿੱਤੀ ਗਈ ਹੈ, ਉਹਨਾਂ ਦੇ ਵਿੱਚ ਜੋਤੀਰਾਦਿੱਤਿਆ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਭੁਪਿੰਦਰ ਯਾਦਵ, ਅਨੂਪ ਪਟੇਲ ਅਤੇ ਉਹਨਾਂ ਦੇ ਨਾਲ ਹੀ ਅਜੇ ਭੱਟ, ਅਨੁਰਾਗ ਠਾਕਰ ਅਤੇ ਹਰਦੀਪ ਸਿੰਘ ਪੁਰੀ ਦਾ ਖਾਸ ਤੌਰ ਦੇ ਉੱਤੇ ਨਾਮ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਕੈਬਨਿਟ ਦੇ ਵਿੱਚ ਤਰੱਕੀ ਦੇ ਕੇ ਰੱਖਿਆ ਗਿਆ। ਸੋ ਇਸ ਕੈਬਨਿਟ ਦੇ ਵਿੱਚ ਵਿਸਥਾਰ ਹੋਇਆ। 43 ਦੇ ਕਰੀਬ ਨਵੇਂ ਨਾਮ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਦੇ ਵਿੱਚ ਜੁੜੇ ਨੇ। ਉਧਰ 26 ਜੂਨ ਨੂੰ ਕਿਸਾਨਾਂ ਦਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਇਆ ਸੀ ਤੇ ਇਸ ਪ੍ਰਦਰਸ਼ਨ ਦੇ ਦਰਮਿਆਨ ਕਿਸਾਨਾਂ ਦੇ ਉੱਤੇ ਦਰਜ ਕੀਤੇ ਗਏ ਮਾਮਲਿਆਂ ਦੇ ਸਬੰਧ ਦੇ ਵਿੱਚ ਕਿਸਾਨ ਆਗੂਆਂ ਦਾ ਇੱਕ ਵਫਦ ਜਾ ਕੇ ਚੰਡੀਗੜ੍ਹ ਪੁਲਿਸ ਦੇ ਨਾਲ ਮੀਟਿੰਗ ਕਰਕੇ ਆਇਆ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਮਾਮਲੇ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ, ਨਹੀਂ ਤਾਂ ਉਹਨਾਂ ਦੇ ਵੱਲੋਂ ਕੁਝ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਇੱਕ ਵੱਡਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਕੀਤਾ ਜਾਏਗਾ। ਬਿਲਕੁਲ ਜੀ, ਬਿਲਕੁਲ ਹੋਈ ਹੈ। ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ। ਅਸੀਂ ਪੂਰੇ ਡਟ ਕੇ ਗੱਲ ਉਹਨਾਂ ਨਾਲ ਕਰੀਏ ਵੀ ਜਿਹੜੇ ਹੁਣ ਜਿਵੇਂ ਜਸ ਬਾਜਵਾ ਇੱਥੇ ਆਈ ਨਹੀਂ ਸੀ, ਉਹ ਹੈ ਹੀ ਪੰਚਕੂਲੇ ਸੀਗੇ ਹੈ ਨਾ, ਇਸ ਕਰਕੇ ਅਸੀਂ ਟੋਟਲ ਡਿਟੇਲ ਦੇ ਨਾਲ ਉਹਨਾਂ ਨਾਲ ਗੱਲ ਕਰੀਏ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਸਾਨੂੰ 15 ਦਿਨ ਦਾ ਸਮਾਂ ਦਿਓ। ਅਸੀਂ ਕਹਿੰਦੇ ਸੀ ਧਰਨਾ ਮਾਰਨ ਵਾਸਤੇ ਸਾਡੀ ਤਿਆਰੀ ਹੈ, ਸਿਰਫ ਤੁਹਾਡੇ ਕਹਿਣ ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਲਓ, ਵੀ ਉਸ ਤੋਂ ਬਾਅਦ ਫਿਰ ਅਗਲੀ ਤੁਸੀਂ ਗੱਲ ਜਿਹੜੀ ਤੁਸੀਂ ਰੱਖਿਓ, ਧਰਨਾ ਪ੍ਰਦਰਸ਼ਨ ਅਜੇ ਨਾ ਕਰੋ। ਅਸੀਂ ਅੱਜ ਗੱਲ ਉਹਨਾਂ ਨਾਲ ਕਰ ਲਈ, ਉਹਨਾਂ ਨੇ ਸਾਨੂੰ ਇਹ 15 ਦਿਨ ਦਾ ਸਮਾਂ ਦਿੱਤਾ ਵੀ 15 ਦਿਨ ਦੇ ਅੰਦਰ ਅੰਦਰ ਅਸੀਂ ਵੈਰੀਫਾਈ ਕਰ ਲਈਏ। ਉਹ ਵੀ ਪੁਲਿਸ ਵੀ ਆਪਣੀ ਗੱਲ ਰੱਖਦੀ ਵੀ ਅਸੀਂ ਬੜੇ ਬਿਜੀ ਹਾਂ ਜੀ, ਧਰਨੇ ਮੁਜ਼ਾਹਰੇ ਚੱਲ ਰਹੇ ਨੇ। ਮੇਰੇ ਖਿਆਲ ਅੱਜ ਫੇਰ ਚਾਹ ਹੋਣਾ, ਕੱਲ੍ਹ ਵੀ ਬੜਾ ਤਕੜਾ ਗਾਹ ਪਿਆ ਆਪਣੇ ਇੱਥੇ ਚੰਡੀਗੜ੍ਹ ਦੇ ਅੰਦਰ ਹੈ ਨਾ। ਇਸ ਕਰਕੇ ਉਹ ਕਹਿੰਦੇ ਸਾਨੂੰ ਕੇਵਲ 15 ਦਿਨ ਦਾ ਸਮਾਂ ਦਿਓ, 15 ਦਿਨ ਦੇ ਅੰਦਰ ਅੰਦਰ ਅਸੀਂ ਸਾਰਾ ਇਹ ਵੈਰੀਫਾਈ ਕਰਕੇ ਉਸ ਤੋਂ ਬਾਅਦ ਜਿਹੜੇ ਤੁਸੀਂ ਗਲਤ ਦੱਸ ਰਹੇ ਹੋ ਨਾ ਸਾਰੇ, ਅਸੀਂ ਉਹਨਾਂ ਨੂੰ ਟੋਟਲੀ ਦੱਸਿਆ ਵੀ ਸਾਰੇ ਹੀ ਗਲਤ ਪਾਏ ਨੇ, ਸਾਰੇ ਨਜਾਇਜ਼ ਪੈਣ, ਕਿਉਂਕਿ ਉੱਧਰ ਕੋਈ ਹਰਕਤ ਹੋਈ ਨਹੀਂ, ਇਹੋ ਜਿਹੀ ਕੋਈ ਅਣਸੁਖਮੀ ਘਟਨਾ ਇਹੋ ਜਿਹੀ ਨਹੀਂ ਵਾਪਰੀ। ਔਰ ਪ੍ਰੈਸ 'ਚ ਪੁਲਿਸ ਆਪ ਗਈ ਆ, ਉਹਨਾਂ ਨੇ ਕਿਹਾ
ਬਈ ਇਹੋ ਜਿਹੀ ਕੋਈ ਅਨਸੂਖਵੀਂ ਘਟਨਾ ਨਹੀਂ ਵਾਪਰੀ ਤੇ ਸਾਰਾ ਸਹੀ ਅਮਨ ਅਮਾਨ ਦੇ ਨਾਲ ਸਾਰਾ ਜਿਹੜਾ ਇਹ ਪ੍ਰੋਗਰਾਮ ਸੀ ਕਿਸਾਨਾਂ ਦਾ ਮੰਗ ਪੱਤਰ ਦੇਣ ਦਾ ਇਹ ਸਿਰੇ ਚੜਿਆ। ਅੱਛਾ, ਜਦੋਂ ਤੁਸੀਂ ਆਪ ਇਹ ਗੱਲ ਕਰਦੇ ਹੋ ਉਸ ਤੋਂ ਬਾਅਦ ਆ ਫਿਰ ਪਰਚੇ ਹੁੰਦੇ ਨੇ, ਉਹਦਾ ਕੋਈ ਕਾਰਨ ਆ, ਇਹਦੇ ਕੋਈ ਪਿੱਛੇ ਹੱਥ ਹੈ ਕਿਸੇ ਦਾ, ਤਾਂ ਇਹ ਪਰਚੇ ਕੀਤੇ ਗਏ ਨੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।